ਬੰਧਨ ਅਨਕ ਬਾਰ। ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਮਿਹਰਬਾਨ ਸਾਹਿਬ ਮਿਹਰਬਾਨ। ਸਾਹਿਬ ਮੇਰਾ ਮਿਹਰਬਾਨ। ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਨਹਾਰ। ਦਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਤੂੰ ਸਮਰੱਥ ਕਥ ਅਗੋਚਰ ਜਿਉ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਚਵਰ ਛਤਰ ਤਖਤ ਮਾਲਿਕ ਅੰਤਰਜਾਮੀ ਲੋਕ ਪਰਲੋਕ ਦੇ ਸਹਾਈ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਜੀ। ਲਵਾਓ ਹਾਜ਼ਰੀਆਂ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡ ਭਾਗੀ ਹੋ ਤੰਤਾ ਦੇ ਜੋਗ ਹੋ ਜੋ ਕਿਆ ਸੰਧਿਆ ਸਮੇਂ ਰਾਤਰੀ ਸਮੇਂ ਗੁਰੂ ਚਰਨਾਂ ਵਿੱਚ ਜੁੜ ਕਰਕੇ ਜੀਵਨ ਦੀਆਂ ਘੜੀਆਂ ਨੂੰ ਸਵਾਸਾਂ ਨੂੰ ਸਫਲਾ ਬਣਾ ਰਹੇ ਹੋ। ਆਓ ਜੋ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਜਪਜੀ ਸਾਹਿਬ ਜੀ ਦੀ ਪਾਵਨ ਵਿਚਾਰ ਸਤਿਗੁਰਾਂ ਨੇ ਪਿਛਲੇ ਦਿਨਾਂ ਵਿੱਚ ਆਪ ਮਿਹਰਮਤ ਕਰਕੇ ਗੁਰੂ ਪਿਆਰਿਓ ਕਥਨ ਤੇ ਸੁਣਨ ਦਾ ਸੁਭਾਗ ਸਮਾਂ ਬਖਸ਼ਿਆ ਹੈ। ਆਓ ਅੱਜ ਦੇ ਦਿਨ ਵੀ ਸਤਿਗੁਰੂ ਨੇ ਇਹ ਕਿਰਪਾ ਕੀਤੀ ਹੈ। ਜੋ ਅੱਜ ਦੀ ਪੌੜੀ ਹੈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ। ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ। ਸਤਿਗੁਰੂ ਬਚਨ ਕਰਦੇ ਐ ਜੇ ਤਿਸ ਨਦਰ ਨ ਆਵਈ ਤਾ ਬਾਤ ਨ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਆਓ ਗੁਰੂ ਪਿਆਰਿਓ ਕੁਝ ਵਿਚਾਰ ਆਪਾਂ ਜੋ ਪਿਛਲੇ ਦੀਵਾਨ ਵਿੱਚ ਆਪ ਜੀਆਂ ਨੇ ਸਰਵਣ ਕੀਤੀ ਹੈ ਉਸ ਵਿਚਾਰ ਨੂੰ ਨਾਲ ਰੱਖਦੇ ਆਪਾਂ ਆਰੰਭਤਾ ਕਰੀਏ। ਸਤਿਗੁਰੂ ਪਿਛਲੇ ਦੀਵਾਨਾਂ ਵਿੱਚ ਬਚਨ ਕਰਦੇ ਐ ਕਿ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ। ਅੱਜ ਜਿੰਨੀ ਕੁ ਵੱਡੀ ਵਡਿਆਈ ਗੁਰੂ ਪਿਆਰਿਓ ਮਨੁੱਖ ਨੂੰ ਬਖਸ਼ੀ ਹੈ 84 ਲੱਖ ਜੂਨ ਦਾ ਸਤਿਗੁਰੂ ਜ਼ਿਕਰ ਕਰਦੇ ਐ। ਪਰ ਸਤਿਗੁਰੂ ਕਹਿੰਦੇ ਕਿਸੇ ਵੀ ਜੂਨ ਵਿੱਚ ਇਹ ਵਡਿਆਈ ਨਹੀਂ। ਬਾਣੀ ਦਾ ਵੀ ਬਚਨ ਹੈ ਮਾਨਸ ਕੋ ਪ੍ਰਭ ਦੀ ਵਡਿਆਈ। ਗੁਰੂ ਪਿਆਰਿਓ ਮਨੁੱਖਾ ਸਰੀਰ ਨੂੰ ਸਤਿਗੁਰਾਂ ਨੇ ਬਹੁਤ ਵੱਡੀਆਂ ਵਡਿਆਈਆਂ ਬਖਸ਼ਿਸ਼ ਕੀਤੀਆਂ। ਹਜੂਰ ਕਹਿੰਦੇ ਜਿਵੇਂ ਕੋਈ ਮਨੁੱਖ ਇੱਕ ਵੱਡੀ ਪੌੜੀ ਘਰ ਵਿੱਚ ਬਣਾ ਲਵੇ ਤੇ ਕੋਠੇ ਤੇ ਚੜਨਾ ਚਾਹੇ ਤੇ ਪੌੜੀ ਰਾਹੀਂ ਕੋਠੇ ਤੇ ਚੜੇ ਤੇ ਅਖੀਰਲੇ ਡੰਡੇ ਤੇ ਜਾ ਕਰਕੇ ਪੈਰ ਫਿਸਲ ਜੇ। ਦੇਖਿਓ ਉਦਾਹਰਣ ਕਹਿੰਦੇ ਨੇ ਅਖੀਰਲੇ ਡੰਡੇ ਤੇ ਜਾ ਕੇ ਜਦੋਂ ਮਨੁੱਖ ਦਾ ਪੈਰ ਫਿਸਲ ਜੇ ਗੁਰੂ ਪਿਆਰਿਓ ਤੇ ਕਹਿੰਦੇ ਜਦੋਂ ਫਿਰ ਉਹ ਡਿੱਗਦਾ ਨਾ ਗੁਰੂ ਪਿਆਰਿਓ ਸੱਟ ਬੜੀ ਵੱਜਦੀ ਹੈ। ਕਿਉਂਕਿ ਜਿਆਦਾ ਉੱਪਰੋਂ ਡਿੱਗਣਾ ਇੱਕ ਡਿੱਗਣਾ ਕਿ ਪਹਿਲੀ ਪੌੜੀ ਤੋਂ ਡਿੱਗਿਆ ਸੱਟ ਘੱਟ ਲੱਗਣੀ ਹੈ
ਪਰ ਜਿਹੜੀ ਅਖੀਰਲੀ ਪੌੜੀ ਤੇ ਜਾ ਕਰਕੇ ਅਗਰ ਸੁਚੇਤ ਨਹੀਂ ਹੁੰਦਾ, ਅਗਰ ਸਾਵਧਾਨ ਨਹੀਂ ਹੁੰਦਾ, ਅਗਰ ਗੁਰੂ ਪਿਆਰਿਓ ਮਨੁੱਖ ਡਿੱਗਦਾ ਤੇ ਸੱਟ ਬਹੁਤ ਜ਼ਿਆਦਾ ਲੱਗਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਆ ਬਾਣੀ ਵਿੱਚ। ਮੈਂ ਹਰ ਉਦਾਹਰਨ ਬਾਣੀ ਵਿੱਚੋਂ ਲਵਾਂਗਾ ਤਾਂ ਕਿ ਸਾਡੀ ਸਮਝ ਵਿੱਚ ਇਹ ਸੌਖੀ ਗੱਲ ਸਤਿਗੁਰੂ ਕਿਰਪਾ ਕਰਨ ਸਾਡੀ ਸਮਝ ਵਿੱਚ ਸੌਖੀ ਪੈ ਜਾਵੇ। ਜਿਵੇਂ ਮਨੁੱਖ ਅਖੀਰਲੀ ਡੰਡੇ ਤੇ ਜਾ ਕਰਕੇ ਨੀਚੇ ਡਿੱਗਦਾ, ਸੱਟ ਬੜੀ ਵੱਜਦੀ ਹੈ। ਹਜੂਰ ਕਹਿੰਦੇ 1,84 ਜੋਨ ਸਬਾਈ, 84 ਲੱਖ ਜੂਨਾਂ ਸਤਿਗੁਰਾਂ ਨੇ ਪੈਦਾ ਕੀਤੀਆਂ, ਪਰ ਸਤਿਗੁਰ ਕਹਿੰਦੇ ਮਾਨਸ ਕੋ ਪ੍ਰਭ ਦੀ ਵਡਿਆਈ। ਮਨੁੱਖਾ ਜਨਮ ਨੂੰ ਸਤਿਗੁਰ ਕਹਿੰਦੇ ਇਹ ਵਡਿਆਈ ਬਖਸ਼ਣਾ ਕੀਤੀ ਹੈ। ਤੇ ਹਜੂਰ ਕਹਿੰਦੇ ਇੱਕ ਪੌੜੀ ਤੇ ਦੁਨਿਆਵੀ ਪੌੜੀ ਹੈ, ਜਿਹਦਾ ਮੈਂ ਜ਼ਿਕਰ ਕੀਤਾ, ਉਦਾਹਰਨ ਦਿੱਤਾ। ਜੇ ਕੋਈ ਮਨੁੱਖ ਕੋਠੇ ਤੇ ਚੜਿਆ ਅਖੀਰਲੀ ਪੌੜੀ ਤੇ ਡਿੱਗ ਜਾਂਦਾ, ਸੱਟ ਬੜੀ ਵੱਜਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ। ਮੈਂ ਉਦਾਹਰਨ ਵੀ ਨਾਲ ਦੇ ਦਿੱਤਾ ਕਿ ਦੁਨਿਆਵੀ ਪੌੜੀ ਕੋਠੇ ਤੇ ਚੜਨ ਲੱਗਿਆ ਅਖੀਰਲੇ ਡੰਡੇ ਤੇ ਕੋਈ ਡਿੱਗਦਾ ਤੇ ਸੱਟ ਬੜੀ ਵੱਜਦੀ ਹੈ, ਕਈ ਵਾਰੀ ਜ਼ਿਆਦਾ ਵੀ ਵੱਜ ਜਾਂਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਪਰ ਜਿਹੜੀ ਦੁਨਿਆਵੀ ਪੌੜੀ ਹੈ, ਜਿਹੜੀ ਮਨੁੱਖਾ ਜਨਮ ਦੀ ਪੌੜੀ ਹੈ, ਜੇ ਭਾਈ ਇਸ ਪੌੜੀ ਤੋਂ ਕੋਈ ਖੁੱਜ ਜਾਂਦਾ ਹੈ ਤੇ ਉਹ ਜੰਮਣ ਮਰਨ ਦੇ ਗੇੜ ਵਿੱਚ ਐਸਾ ਦੁੱਖ ਲੱਗਦਾ ਹੈ, ਉਹ ਸਦਾ ਫਿਰ ਜੰਮਦਾ ਤੇ ਮਰਦਾ ਹੀ ਰਹਿੰਦਾ ਹੈ। ਆਖੋ ਸਤਨਾਮ। ਗੁਰੂ ਪਿਆਰਿਓ, ਜੋ ਬਾਣੀ ਨੇ ਸਾਨੂੰ ਦੇ ਦਿੱਤਾ, ਅਸੀਂ ਸਤਿਗੁਰਾਂ ਦਾ ਲੱਖ ਵਾਰ ਕਰੋੜਾਂ ਵਾਰ ਸ਼ੁਕਰਾਨਾ ਕਰੀਏ ਤਾਂ ਨਹੀਂ ਪੂਰਾ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ। ਫਿਰ ਉਹਨੂੰ ਦੁੱਖ ਲੱਗੇ ਰਹਿੰਦੇ ਨੇ ਗੁਰੂ ਪਿਆਰਿਓ। ਮਹਾਰਾਜ ਕਹਿੰਦੇ ਪਸ਼ੂ ਪੰਛੀ ਹੋਰ ਸਭ ਜੂਨਾਂ ਨੇ, ਪਰ ਕਿਸੇ ਜੂਨ ਵਿੱਚ ਇਹ ਦੋ ਗੱਲਾਂ ਨਹੀਂ। ਹੁਣ ਮਨੁੱਖਾ ਜਨਮ ਦੇ ਵਿੱਚ ਤੇ ਇਹ ਗੱਲ ਹੈ ਕਿ ਉਹ ਜਿੰਨਾ ਮਰਜੀ ਨੀਚਾ ਡਿੱਗ ਜਾਏ ਜਾਂ ਫਿਰ ਉਹ ਪ੍ਰਮਾਤਮਾ ਦੀ ਭਗਤੀ ਕਰਕੇ ਪ੍ਰਮਾਤਮਾ ਵਰਗਾ ਹੋ ਜਾਏ। ਦੋ ਗੱਲਾਂ ਨੇ ਨਾ, ਜਾਂ ਨੀਚੇ ਡਿੱਗ ਜਾਏ ਜਿੰਨਾ ਮਰਜੀ, ਜਾਂ ਉੱਚਾ ਉੱਠ ਜਾਏ। ਭਾਵ ਗੁਰੂ ਪਿਆਰਿਓ, ਜਾਂ ਤੇ ਉਹ ਦੇਵਤਾ ਬਣ ਜਾਏ, ਬ੍ਰਹਮ ਗਿਆਨੀ ਬਣ ਜਾਏ, ਜਾਂ ਵੱਡਾ ਰਾਖਸ਼ ਦੈਤ ਬਣ ਜਾਏ। ਇਹ ਦੋਨੇ ਕੰਮ ਕਰ ਸਕਦਾ ਹੈ। ਭਾਵ ਡਿੱਗਣ ਤੇ ਉੱਠਣ ਦੇ ਇਹਦੇ ਵਿੱਚ ਸਮਰੱਥਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ ਕਿ ਇਹ ਜਿਹੜਾ ਮਨੁੱਖਾ ਜਨਮ ਹੈ ਗੁਰੂ ਪਿਆਰਿਓ, ਇਹ ਬਹੁਤ ਅਮੋਲਕ ਹੈ। ਬਾਣੀ ਨੇ ਵਾਰ-ਵਾਰ ਇਹ ਗੱਲ ਨੂੰ ਸਮਝਾਉਣਾ ਕੀਤਾ। ਭਗਤ ਰਵਿਦਾਸ ਜੀ ਬਹੁਤ ਸੋਹਣਾ ਉਦਾਹਰਣ ਦਿੰਦੇ ਆ। ਇਹ ਮਨੁੱਖਾ ਜਨਮ ਦੀ ਸਾਰਿਆਂ ਦੀ ਸਾਡੀ ਹਾਲਤ ਹੈ। ਕਹਿੰਦੇ ਨਰਪਤ ਇੱਕ ਸਿੰਘਾਸਣ ਸੋਇਆ, ਸੁਪਨੇ ਪਿਆ ਭਿਖਾਰੀ, ਅਸ਼ ਰਾਜ ਬਿਛਰਤ ਦੁਖ ਪਾਇਆ, ਸੋ ਗਤ ਪਈ ਹਮਾਰੀ। ਕਹਿੰਦੇ ਇੱਕ ਰਾਜਾ, ਬਹੁਤ ਵੱਡਾ ਦੇਸ਼ ਦਾ ਰਾਜਾ, ਕਹਿੰਦੇ ਸਾਰੀ ਪ੍ਰਜਾ ਸਾਹਮਣੇ ਬੈਠੀ ਹੈ। ਕਹਿੰਦੇ ਤਖਤ ਤੇ ਬੈਠ ਗਿਆ ਕਿ ਪ੍ਰਜਾ ਨੂੰ ਕੁਝ ਹੁਕਮ ਸੁਣਾਵੇਗਾ। ਪ੍ਰਜਾ ਵੀ ਨੀਚੇ ਬੈਠ ਗਈ, ਅਹਲਕਾਰ ਨੀਚੇ ਬੈਠ ਗਏ। ਕਹਿੰਦੇ ਜਦੋਂ ਰਾਜਾ ਦੇ ਸੁਣਨ ਵਾਸਤੇ ਸਾਰੀ ਪ੍ਰਜਾ ਆ ਬੈਠੀ, ਕਹਿੰਦਾ ਰਾਜਾ ਆਪਣੇ ਤਖਤ ਤੇ ਸੌਂ ਗਿਆ। ਭਗਤ ਰਵਿਦਾਸ ਕਹਿੰਦੇ ਨਰਪਤ ਇੱਕ ਸਿੰਘਾਸਣ ਸੋਇਆ, ਸੁਪਨੇ ਪਿਆ ਭਿਖਾਰੀ। ਕਹਿੰਦੇ ਆਪਣੇ ਤਖਤ ਉੱਤੇ ਸੌ ਗਿਆ, ਪਰ ਸੌਂਦੇ ਹੋਇਆ ਕਿ ਉਹਦੇ ਨਾਲ ਕਹਿੰਦੇ ਏਡੇ ਮਹਿੰਗੇ ਮਹਿੰਗੇ ਵਸਤਰ ਪਹਿਨੇ ਸੀ, ਪਰ ਸੁਪਨੇ ਵਿੱਚ ਪਾਟੇ ਵਸਤਰ ਪਾਏ ਹੋਏ। ਕਹਿੰਦੇ ਜਿਹੜਾ ਰਾਜਾ ਮੰਗਤਿਆਂ ਨੂੰ ਦਾਨ ਦਿੰਦਾ ਸੀ ਗੁਰੂ ਪਿਆਰਿਓ, ਅੱਜ ਕੀ ਦੇਖਦਾ, ਹੱਥ ਵਿੱਚ ਝੂਠਾ ਫੜ ਕਰਕੇ ਲੋਕਾਂ ਦੇ ਘਰ ਘਰ ਮੰਗਣ ਜਾ ਰਿਹਾ। ਭਗਤ ਰਵਿਦਾਸ ਜੀ ਇਹ ਬਚਨ ਕਰਦੇ ਆ, ਕਹਿੰਦੇ ਇਹ ਹੀ ਹਾਲਤ ਮਨੁੱਖ ਦੀ ਹੈ। ਮਨੁੱਖ ਰਾਜਾ ਹੈ। ਗੁਰੂ ਪਿਆਰਿਓ, ਜੋ ਵਡਿਆਈਆਂ ਮਨੁੱਖਾ ਜਨਮ ਨੂੰ ਬਖਸ਼ੀਆਂ, ਮੈਂ ਫਿਰ ਬੇਨਤੀ ਕਰਾਂ। ਸਤਿਗੁਰ ਕਹਿੰਦੇ ਭਾਈ ਪੌੜੀ ਵਿੱਚ ਇਹ ਬਚਨ ਕਰਦੇ ਆ ਕਿ ਮਤ ਵਿੱਚ ਰਤਨ ਜਵਾਹਰ ਮਾਨਕ, ਇਹ ਤਿੰਨ ਗੱਲਾਂ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਨਾ ਕੀਤੀਆਂ। ਹਜੂਰ ਕਿਰਪਾ ਕਰਦੇ ਆ ਭਾਈ ਕਿ ਰਾਜ ਹੁੰਦਿਆਂ ਸੁਣਦਿਆਂ ਮਨੁੱਖ ਸੁਪਨੇ ਵਿੱਚ ਗਲਤਾਨ ਰਹਿੰਦਾ ਹੈ। ਜਿਵੇਂ ਉਹ ਰਾਜੇ ਦਾ ਉਦਾਹਰਣ ਦਿੱਤਾ ਭਗਤ ਰਵਿਦਾਸ ਨੇ ਕਿ ਜਿਵੇਂ ਰਾਜਾ ਤਖਤ ਤੇ ਬੈਠਿਆ, ਪ੍ਰਜਾ ਬੈਠੀ ਹੈ, ਪ੍ਰਜਾ ਡੀਕਦੀ ਹੈ ਰਾਜਾ ਹੁਕਮ ਕੀ ਕਰੇਗਾ, ਪਰ ਕਹਿੰਦੇ ਤਖਤ ਤੇ ਸੌਂ ਗਿਆ। ਤੇ ਸੌਂ ਕੇ ਬਤੀਤ ਕੀ ਹੁੰਦਾ ਕਿ ਮੈਂ ਤੇ ਭਿਖਾਰੀ ਹਾਂ। ਗੁਰੂ ਪਿਆਰੇ, ਇਹੀ ਹਾਲ ਸਾਡੇ ਸਾਰੇ ਸੰਸਾਰ ਦਾ ਹੈ। ਰਾਜ ਹੁੰਦਿਆਂ ਸੁਣਦਿਆਂ ਸੁਪਨੇ ਵਿੱਚ ਗੁਰੂ ਪਿਆਰੇ ਜਦੋਂ ਮਨੁੱਖ ਸਾਰੀ ਜ਼ਿੰਦਗੀ ਬਤੀਤ ਕਰ ਜਾਂਦਾ, ਫਿਰ ਅਖੀਰਲਾ ਸਮਾਂ ਗੁਰੂ ਪਿਆਰੋ ਜੰਮਣਾ ਤੇ ਮਰਨਾ ਲੱਗਾ ਹੀ ਰਹਿੰਦਾ ਹੈ। ਮੈਂ ਬਾਣੀ ਵਿੱਚੋਂ ਬਚਨ ਕਰਾਂਗਾ ਗੁਰੂ ਪਿਆਰਿਓ। ਹਜੂਰ ਕਹਿੰਦੇ ਰਾਵਣ ਕੋਲ ਕੀ ਨਹੀਂ ਸੀ,
ਸੋਨੇ ਦੀ ਲੰਕਾ ਸੀ, ਸਭ ਕੁਝ ਸੋਨੇ ਦਾ ਹੁੰਦੇ ਆ। ਹਜੂਰ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਹੁੰਦੇ ਆ ਵੀ ਅਖੀਰਕਾਰ ਫਿਰ ਲੈ ਕੇ ਕੀ ਗਿਆ? ਮੂਰਖ ਰਾਵਣ ਕਿਆ ਲੈ ਗਿਆ? ਵੀ ਜੇ ਉਹ ਵੱਡਾ ਏਡਾ ਵੱਡਾ ਦੇਵਤਾ, ਉਹਦੇ ਵਰਗਾ ਦੇਵਤਾ ਕੋਈ ਨਹੀਂ ਹੋਇਆ, ਉਹਦੇ ਵਰਗਾ ਗੁਰੂ ਪਿਆਰਿਓ ਕੋਈ ਵੇਦਾਂ ਨੂੰ ਪੜਨ ਵਾਲਾ ਪੰਡਿਤ ਨਹੀਂ ਹੋਇਆ, ਬਹੁਤ ਵੱਡਾ ਵੇਦਾਂ ਦਾ ਬਖਤਾ। ਕਹਿੰਦੇ ਰਾਵਣ ਕੁਝ ਨਹੀਂ ਲੈ ਜਾ ਕੇ, ਇੰਨਾ ਕੁਝ ਹੁੰਦੇ ਆ, ਕੁਝ ਨਹੀਂ ਲੈ ਕੇ ਜਾ ਸਕਿਆ। ਮਨੁੱਖ ਤੂੰ ਕਿਸ ਪਾਸੇ ਲੱਗਿਆ ਹੋਇਆ? ਕਹਿੰਦੇ ਨੇ ਆਪਣਾ ਮਨ ਰਾਵਣ ਤੇ ਕਰਕੇ ਦੇਖ ਲੈ। ਸਤਿਗੁਰੂ ਬਾਣੀ ਵਿੱਚ ਵਾਰ-ਵਾਰ ਉਦਾਹਰਣ ਦਿੰਦੇ ਆ ਕਿ ਇਹ ਜਿਹੜਾ ਸਰੀਰ ਹੈ ਗੁਰੂ ਪਿਆਰਿਓ, ਭਗਤ ਰਵਿਦਾਸ ਜੀ ਦਾ ਇਹ ਬਚਨ, ਤੇ ਜਦੋਂ ਅਸੀਂ ਪੜਾਂਗੇ ਗੁਰੂ ਪਿਆਰਿਓ ਭਾਈ ਗੁਰਦਾਸ ਜੀ ਨੂੰ, ਤੇ ਭਾਈ ਗੁਰਦਾਸ ਜੀ ਬਹੁਤ ਸੋਹਣੀ ਇੱਕ ਵਾਰ ਲਿਖਦੇ ਆ, ਇਹ ਸਾਡੇ ਤੇ ਪੂਰੀ ਢੁੱਕਦੀ ਹੈ। ਭਗਤ ਰਵਿਦਾਸ ਆਪਣੀ ਬਾਣੀ ਵਿੱਚ ਲਿਖਦੇ ਆ ਕਿ ਰਤਨ ਮਣੀ ਗਲ ਬਾਂਦਰੇ ਕਿਹ ਕੀਮ ਨਾ ਜਾਣੈ। ਆ ਕਈ ਵਾਰੀ ਅਸੀਂ ਕਹਿ ਦਿੰਦੇ ਨਾ ਬੰਦਰ ਕੀ ਜਾਣੇ ਅਦਰਕ ਦਾ ਸਵਾਦ, ਕਈ ਵਾਰੀ ਮੁਹਾਵਰਾ ਜਿਹਾ ਬਣਿਆ ਹੋਇਆ। ਪਰ ਇੱਥੇ ਭਗਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਭਗਤਾਂ ਨੇ ਵੀ ਬਚਨ ਕਿਹਾ। ਇੱਥੇ ਭਾਈ ਗੁਰਦਾਸ ਜੀ ਲਿਖਦੇ ਨੇ ਗੁਰੂ ਪਿਆਰਿਓ ਕਿ ਰਤਨਾ ਮਣੀ, ਕਿ ਜਿਹੜੀ ਰਤਨ ਬਹੁਤ ਵੱਡੀ ਮਣੀ ਹੁੰਦੀ ਹੈ, ਜਿਹਦੀ ਬਹੁਤ ਬੇਸ਼ਕੀਮਤੀ ਭਾਵ ਉਹਦਾ ਕੀਮਤ ਜਿਹੜੀ ਹੈ ਬਹੁਤ ਬੇਸ਼ਕੀਮਤੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਰਤਨਾ ਮਣੀ ਗਲ ਬਾਂਦਰੇ। ਹੁਣ ਬਚਨ ਬੜਾ ਮਹਿੰਗਾ ਹੈ। ਰਤਨ ਮਣੀ ਗਲ ਬਾਂਦਰੇ ਕਿਹ ਕੀਮ ਨਾ ਜਾਣੈ। ਇਹ ਸਾਰੀ ਪੌੜੀ ਗੁਰੂ ਪਿਆਰਿਓ ਭਾਈ ਗੁਰਦਾਸ ਜੀ ਦੀ ਹੈ। ਹੁਣ ਭਗਤ ਭਾਈ ਗੁਰਦਾਸ ਜੀ ਕਹਿੰਦੇ ਕੀ ਨੇ? ਕਹਿੰਦੇ ਰਤਨ ਮਣੀ ਗਲ ਬਾਂਦਰੇ ਕਿਹੋ ਕੀਮ ਨਾ ਜਾਣੈ। ਕਹਿੰਦੇ ਜੇ ਕੋਈ ਬਾਂਦਰ ਦੇ ਗਲ ਵਿੱਚ ਰਤਨਾਂ ਦੀ ਮਣੀ ਬੰਨ੍ਹ ਦੇਵੇ, ਇਹ ਮਨੁੱਖ ਦਾ ਹਾਲ ਹੈ। ਕਹਿੰਦੇ ਕੋਈ ਬਾਂਦਰ ਦੇ ਗਲੇ ਵਿੱਚ ਰਤਨਾਂ ਦੀ ਮਣੀ ਬੰਨ ਲੈ, ਬਾਂਦਰ ਨੂੰ ਪਤਾ ਵੀ ਲੱਗ ਜੇ। ਹੁਣ ਬਾਂਦਰ ਉਸ ਮਣੀ ਨੂੰ ਗਲ ਵਿੱਚੋਂ ਖੋਲ ਵੀ ਲਵੇ, ਭਾਈ ਗੁਰਦਾਸ ਕਹਿੰਦੇ ਪਰ ਉਹ ਕੀ ਕਰੇਗਾ? ਉਹਨੂੰ ਤੋੜ ਤੋੜ ਕੇ ਉਹਨੂੰ ਖਤਮ ਕਰ ਦੇਗਾ, ਖਰਾਬ ਕਰ ਦੇਗਾ, ਜਿਹਦੀ ਕੋਈ ਕੀਮਤ ਨਹੀਂ ਰਹਿ ਜਾਏਗੀ। ਇਹ ਮਨੁੱਖਾ ਜਨਮ ਗੁਰੂ ਪਿਆਰਿਓ ਸਾਰਿਆਂ ਲਈ ਮਣੀ ਹੈ, ਬੇਸ਼ਕੀਮਤੀ ਰਤਨ ਤੇ ਜਵਾਹਰ ਹੈ। ਮੈਂ ਜਿੱਥੋਂ ਆਰੰਭਤਾ ਕੀਤੀ ਸੀ, ਮਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ। ਭਾਈ ਗੁਰਦਾਸ ਕਹਿੰਦੇ ਇਹ ਜਿਵੇਂ ਬਾਂਦਰ ਦੇ ਗਲ ਵਿੱਚ ਮਣੀ ਹੈ, ਰਤਨ ਹੈ, ਉਹਨੂੰ ਸਮਝ ਨਹੀਂ ਉਸ ਚੀਜ਼ ਦੀ ਕਿ ਇਹ ਤੇ ਬੇਸ਼ਕੀਮਤੀ ਹੈ, ਪਰ ਉਹਨੂੰ ਜਦੋਂ ਉਹ ਗਲ ਵਿੱਚੋਂ ਖੋਲਦਾ, ਉਹਨੂੰ ਟੋਟੇ ਟੋਟੇ ਕਰਕੇ ਖਤਮ ਕਰ ਦਿੰਦਾ, ਭਾਵ ਉਹਨੂੰ ਸੋਝੀ ਨਹੀਂ ਹੁੰਦੀ ਕਿ ਇਹਦੀ ਕੀਮਤ ਕੀ ਹੈ। ਅਗਲਾ ਬਚਨ ਕਰਦੇ ਆ ਕੜਛੀ ਸਾਉ ਨਾ ਸੰਭਲੇ ਭੋਜਨ ਰਸ ਖਾਣਾ। ਹੁਣ ਅਸੀਂ ਭਾਂਡੇ ਵਿੱਚ ਕਹਿ ਦਈਏ ਪਤੀਲੇ ਵਿੱਚ ਭੋਜਨ ਤਿਆਰ ਕਰਦੇ ਆ। ਬਹੁਤ ਸੋਹਣੇ ਉਦਾਹਰਨ ਭਾਈ ਗੁਰਦਾਸ ਜੀ ਦਿੰਦੇ ਨੇ। ਕਹਿੰਦੇ ਨੇ ਜਿਵੇਂ ਕੋਈ ਮਾਤਾ ਭੈਣ ਸਾਡੀ ਪ੍ਰਸ਼ਾਦਾ ਤਿਆਰ ਕਰੇ, ਸਬਜ਼ੀ ਬਣਾਏ, ਕਹਿੰਦੇ ਘਰ ਵਿੱਚ 10 ਬੰਦੇ ਹੋਣ, ਕਹਿੰਦੇ ਕੜਛੀ ਦੇ ਰਾਹੀਂ 10 ਬੰਦਿਆਂ ਨੂੰ ਪ੍ਰਸ਼ਾਦਾ ਉਹ ਕੜਛੀ ਪਾਉਂਦੀ ਹੈ। ਪਰ ਕਹਿੰਦੇ ਸਾਰੀ ਜ਼ਿੰਦਗੀ ਉਹ ਕੜਛੀ ਜਿਹੜੀ ਹੈ, ਉਹ ਪ੍ਰਸ਼ਾਦਾ ਜਿਹੜੀ ਸਬਜ਼ੀ ਹੈ ਪਾਉਂਦੀ ਰਹਿੰਦੀ ਹੈ, ਲੋਕੀ ਖਾ ਕੇ ਆਨੰਦ ਮਾਣਦੇ ਆ, ਪਰ ਕਹਿੰਦੇ ਸਾਰੀ ਜ਼ਿੰਦਗੀ ਉਹ ਕੜਛੀ ਜਿਹੜੀ ਹੈ ਸਬਜ਼ੀ ਦਾ ਸਵਾਦ ਨਹੀਂ ਮਾਣ ਸਕਦੀ। ਆਖੋ ਸਤਨਾਮ। ਕਹਿੰਦੇ ਡੱਡੂ ਚਿੱਕੜ ਵਾਸ ਹੈ ਕਵਲੇ ਨਾ ਸਿਆਣੈ, ਨਾਭ ਕਥੂਰੀ ਮਿਰਗ ਦੇ ਫਿਰਦਾ ਹਿਰਾਣੈ, ਗੁਜਰ ਕੋਰਸ ਵਿੱਚ ਲੈ ਖੜੀ ਸੋਨੀ ਆਣੈ। ਅਗਲਾ ਬਚਨ ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਸ਼ਬਦ ਬੜਾ ਲੰਬੇਰਾ ਹੈ। ਭਾਈ ਗੁਰਦਾਸ ਕਹਿੰਦੇ ਨੇ ਬੇਮੁਖ ਮੁੱਲੋ ਕੁੱਥਿਆ ਦੁਖ ਸਹਿਜ ਮਾਣੈ। ਬੇਮੁਖ ਮੁੱਲੋ ਕੁੱਥਿਆ, ਕਹਿੰਦੇ ਮਨਮੁਖ ਲੋਕ ਜਿਹੜੇ ਨੇ ਗੁਰੂ ਤੋਂ ਦੂਰ ਹੋ ਕਰਕੇ ਗੁਰੂ ਪਿਆਰਿਓ ਦੁੱਖਾਂ ਵਿੱਚ ਗਲਤਾਨ ਰਹਿੰਦੇ ਨੇ। ਔਰ ਇਹ ਸੱਚਾਈ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਬਾਣੀ ਦੇ ਵਿੱਚ ਬਚਨ ਆਉਂਦਾ ਹੈ ਕਿ ਸਾਰੇ ਜੀਵਨ ਦਾ ਨਿਚੋੜ ਜਿਹੜਾ ਸੁੱਖ ਜਿਹੜਾ ਗੁਰੂ ਪਿਆਰੇ ਉਹ ਪਰਮੇਸ਼ਰ ਦਾ ਨਾਮ ਹੈ, ਪਰਮੇਸ਼ਰ ਦੀ ਭਗਤੀ ਹੈ। ਸਤਿਗੁਰੂ ਕਹਿੰਦੇ ਜਿਵੇਂ ਤਖਤ ਤੇ ਬੈਠਿਆ ਰਾਜਾ ਸੋ ਜਾਂਦਾ ਹੈ, ਕਹਿੰਦੇ ਮਨੁੱਖ ਵੀ ਫਿਰ ਸਾਰੀ ਜ਼ਿੰਦਗੀ ਸੁੱਤਾ ਹੀ ਰਹਿੰਦਾ ਹੈ। ਉਹ ਕਿਵੇਂ ਸੁੱਤਾ ਰਹਿੰਦਾ ਹੈ? ਹੁਣ ਅਸੀਂ ਤੇ ਕਵਾਂਗੇ ਜਾਗਦੇ ਆ, ਸਾਡੇ ਮਨ ਦਾ ਪ੍ਰਸ਼ਨ ਉੱਠੇਗਾ ਨਾ ਕਿ ਮੈਂ ਤੇ ਜਾਗਦਾ ਹੀ ਆ, ਮੈਂ ਤੇ ਸਵੇਰ ਉੱਠਦਾ, ਸਾਰੇ ਕੰਮ ਕਰਦਾ, ਰਾਤੀ ਸੌਂਦਾ। ਤੇ ਸਤਿਗੁਰ ਦੀ ਬਾਣੀ ਕਹਿੰਦੀ ਹੈ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਕਹਿੰਦੇ ਮਨੁੱਖ ਪਰਾਏ ਰੂਪ ਨੂੰ ਵਿਕਾਰ ਕੇ ਨਿਗਾਹ ਨਾਲ ਵੇਖਣ ਦੇ ਨਾਲ ਅੱਖਾਂ ਦੀ ਨੀਂਦ ਵਿੱਚ ਸੁੱਤਾ ਹੀ ਰਹਿੰਦਾ ਹੈ। ਆਖੋ ਸਤਨਾਮ।
ਸਮਝ ਆ ਗਈ ਨਾ ਕਿ ਜਿਨ੍ਹਾਂ ਅੱਖਾਂ ਦੇ ਨਾਲ ਸਤਿਗੁਰ ਦੇ ਦੀਦਾਰ ਕਰਨੇ ਸੀ, ਆਈ ਨਾ ਸਮਝ, ਜਿਨ੍ਹਾਂ ਅੱਖਾਂ ਦੇ ਨਾਲ ਸਤਿਗੁਰ ਦੇ ਦੀਦਾਰ ਕਰਨੇ ਸੀ। ਗੁਰੂ ਅਮਰਦਾਸ ਜੀ ਦੀ ਬਾਣੀ ਪੜ੍ਹਦੀ, ਇਹ ਨੇਤਰਿਓ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਜਦੋਂ ਅਸੀਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਤੂੰ ਪਰਮਾਤਮਾ ਦੇ ਦਰਸ਼ਨਾਂ ਤੋਂ ਬਿਨਾਂ ਕਿਸੇ ਨੂੰ ਦੇਖੇ ਨਾ। ਭਾਵ ਇਹ ਹੈ ਕਿ ਪਰਾਈ ਧੀ ਨੂੰ, ਪਰਾਈ ਇਸਤਰੀ ਨੂੰ ਕਾਮ ਵਾਸਨਾ ਦੀ, ਵਿਕਾਰ ਵਾਸਨਾ ਦੇ ਲੈ ਕੇ ਇਸ ਕਰਕੇ ਨਾ ਦੇਖੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਮਨੁੱਖ ਸੁੱਤਾ ਕਿਵੇਂ ਹੈ? ਰਾਜਾ ਹੈ ਮਨੁੱਖ ਗੁਰੂ ਪਿਆਰਿਓ, ਔਰ ਤਖਤ ਤੇ ਬੈਠਿਆ ਹੋਇਆ, ਪਰ ਕਰਦਾ ਕੀ ਹੈ? ਪਰਾਏ ਰੂਪ ਨੂੰ ਆਪਣੀ ਅੱਖਾਂ ਦੇ ਨਾਲ ਦੇਖ ਕਰਕੇ ਨੀਂਦ ਵਿੱਚ ਗਲਤਾਨ ਰਹਿੰਦਾ ਹੈ। ਆਖੋ ਸਤਨਾਮ। ਹੁਣ ਅੱਖਾਂ ਤੇ ਪਰਾਇਆ ਰੂਪ ਦੇਖ ਕੇ ਗਲਤਾਨ ਨੇ। ਇਹ ਸਾਰੀ ਜ਼ਿੰਦਗੀ ਪਰਾਇਆ ਰੂਪ ਦੇਖਦਿਆਂ ਹੀ ਇੱਕ ਦਿਨ ਅੱਖਾਂ ਦਾ ਖਾਤਮਾ ਹੋ ਜਾਂਦਾ, ਖਤਮ ਹੋ ਜਾਂਦੀਆਂ। ਦੂਜਾ ਬਚਨ ਕਰਦੇ ਐ ਕਿ ਜਿਹੜੇ ਗੁਰੂ ਪਿਆਰਿਓ ਕੰਨ ਨੇ, ਇਹ ਕੰਨ ਸੁੱਤੇ ਕਿਵੇਂ ਆ? ਸਤਿਗੁਰੂ ਬਾਣੀ ਦੇ ਵਿੱਚ ਬਚਨ ਕਰਦੇ ਨੇ, ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਹੁਣ ਬਾਣੀ ਸੁਣਨੀ, ਕਥਾ ਸੁਣਨੀ, ਕੀਰਤਨ ਸੁਣਨਾ ਮੁਬਾਰਕ ਹੈ, ਪਰ ਬਹੁਤ ਤਾਦਾਦ ਵਿੱਚ ਜਿਹੜੇ ਲੋਕ ਨੇ ਉਹ ਹੋਰਨਾਂ ਦੀ ਨਿੰਦਿਆ ਸੁਣ ਕੇ ਆਪਣੇ ਕੰਨਾਂ ਨੂੰ ਸੁੱਤੇ ਹੀ ਰੱਖਦੇ, ਜਗਾਉਂਦੇ ਹੀ ਨਹੀਂ ਕਦੇ। ਹੁਣ ਜਿਹੜੇ ਨਿੰਦਿਆ ਕਰਦੇ ਆ, ਨਿੰਦਿਆ ਸੁਣਦੇ ਆ, ਸੱਚੇ ਪਾਤਸ਼ਾਹ ਕਹਿੰਦੇ ਸਾਰੀ ਜ਼ਿੰਦਗੀ ਫਿਰ ਉਹ ਸੁੱਤਿਆਂ ਹੀ ਬਤੀਤ ਕਰ ਦਿੰਦੇ ਆ। ਹੁਣ ਮਹਾਰਾਜ ਬਚਨ ਕਰਦੇ ਮਨ ਦੇ ਬਾਰੇ ਕਿ ਮਨ ਸੁੱਤਾ ਕਿ ਜਾਗਦਾ ਹੈ। ਸਤਿਗੁਰੂ ਕਹਿੰਦੇ ਮਨ ਸੋਇਆ ਮਾਇਆ ਬਿਸਮਾਦ। ਕਹਿੰਦੇ ਮਨ ਜਿਹੜਾ ਨਾ ਉਹ ਦੁਨੀਆ ਦੇ ਅਚਰਜ ਤਮਾਸ਼ੇ ਵਿੱਚ ਸੁੱਤਾ ਹੀ ਰਹਿੰਦਾ, ਕਿਉਂਕਿ ਇਹਨੂੰ ਬਾਣੀ ਧਿਆਨ ਵਿੱਚ ਨਹੀਂ ਆਉਂਦੀ, ਇਹਨੂੰ ਪਰਿਵਾਰ, ਇਹਨੂੰ ਹੋਰ ਸਾਰੀ ਦੁਨੀਆ ਦਿਖਦੀ ਹੈ। ਰੋਜ਼ਾਨਾ ਚੋਜ ਤਮਾਸ਼ਿਆਂ ਵਿੱਚ ਰਹਿ ਕਰਕੇ ਸਤਿਗੁਰੂ ਕਹਿੰਦੇ ਉਹ ਭਾਈ ਪਰਮਾਤਮਾ ਤੋਂ ਦੂਰ ਹੋ ਜਾਂਦਾ ਤੇ ਰੰਗ ਤਮਾਸ਼ਿਆਂ ਵਿੱਚ ਸਾਰੀ ਜ਼ਿੰਦਗੀ ਸੁੱਤਿਆਂ ਹੀ ਬਤੀਤ ਕਰ ਦਿੰਦਾ। ਹੁਣ ਅਸੀਂ ਤੇ ਕਵਾਂਗੇ ਜਾਗਦੇ ਆਂ, ਪਰ ਬਾਣੀ ਕਹਿੰਦੀ ਹੈ ਸੁੱਤਾ ਹੈ ਮਨੁੱਖ। ਮਹਾਰਾਜ ਜਾਗਦਾ ਕਦੋਂ ਹੈ? ਸਤਿਗੁਰੂ ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤੂ ਆਪਣੀ ਲੈ। ਉਹ ਮਨੁੱਖ ਇਸ ਮਨੁੱਖਾ ਜਨਮ ਵਿੱਚ ਸੁਚੇਤ ਹੁੰਦਾ ਹੈ, ਜਾਗਦਾ ਹੈ, ਜਿਹੜਾ ਆਤਮਿਕ ਜੀਵਨ ਦੀ ਪੂੰਜੀ ਜਿਹੜੀ ਹੈ, ਆਤਮਿਕ ਜੀਵਨ ਦੀ ਜਿਹੜੀ ਗੁਰੂ ਪਿਆਰਿਓ ਕਹਿ ਦਈਏ ਆਤਮਿਕ ਜੀਵਨ ਦੀ ਭਾਵ ਪੂੰਜੀ ਹੈ ਖਾਣਾ, ਆਤਮਿਕ ਖੁਰਾਕ ਕਹਿ ਦਈਏ ਕਿ ਆਤਮਿਕ ਖੁਰਾਕ ਜਿਸ ਮਨੁੱਖ ਨੂੰ ਮਿਲ ਜਾਂਦੀ ਹੈ, ਸਤਿਗੁਰ ਕਹਿੰਦੇ ਉਹ ਮਨੁੱਖ ਫਿਰ ਪਿਆਰਿਓ ਇਸ ਜੀਵਨ ਨੂੰ ਸੁਹੇਲਾ ਬਣਾ ਲੈਂਦਾ। ਅਬ ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਭਾਈ ਮਨਸੁਖ ਜਦੋਂ ਗੁਰੂ ਨਾਨਕ ਸਾਹਿਬ ਕੋਲ ਸੁਲਤਾਨਪੁਰ ਲੋਧੀ ਆਏ ਤੇ ਭਾਈ ਮਨਸੁਖ ਨੂੰ ਗੁਰੂ ਨਾਨਕ ਸਾਹਿਬ ਨੇ ਗੁਰੂ ਪਿਆਰਿਓ ਕਹਿੰਦੇ ਨੇ ਸ੍ਰੀਲੰਕਾ ਭੇਜ ਦਿੱਤਾ। ਸੰਗਲਾ ਦੀਪ ਉਸ ਦੇਸ਼ ਦਾ ਨਾਂ ਸੀ ਪਹਿਲਾਂ। ਸੰਗਲਾ ਦੀਪ ਤੋਂ ਬਾਅਦ ਸ਼ਿਵਨਾਮ ਭਾਵ ਉਸ ਦੇਸ਼ ਦਾ ਜਿਹੜਾ ਨਾਮ ਰੱਖਿਆ ਗਿਆ ਸ੍ਰੀਲੰਕਾ ਰੱਖਿਆ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਮਨਸੁਖ ਤੁਸੀਂ ਨਾ ਸੰਗਲਾ ਦੀਪ ਚਲੇ ਜਾਓ, ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ। ਚਲੇ ਗਏ ਹੁਕਮ ਮੰਨ ਕੇ, ਉੱਥੇ ਕਈ ਦਿਨ ਰਹੇ, ਸੰਗਤ ਜੋੜੀ, ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੀ, ਸੰਗਤ ਨੂੰ ਜੋੜਿਆ। ਕਹਿੰਦੇ ਕਈ ਦਿਨਾਂ ਬਾਅਦ ਇੱਕ ਦਿਨ ਐਸਾ ਚੜ੍ਹਦਾ ਸ਼ਿਵਨਾਮ ਰਾਜਾ, ਜਿਹੜੇ ਹਿੰਦੂ ਲੋਕ ਮੰਨਦੇ ਨੇ, ਕਹਿੰਦੇ ਕੱਲ ਨੂੰ ਗ੍ਰਹਿਣ ਪਵੇਗਾ, ਕਿਸੇ ਦੇ ਘਰ ਵੀ ਗੁਰੂ ਪਿਆਰੇ ਚੁੱਲ੍ਹਾ ਨਾ ਜਲੇ। ਇਹ ਸ਼ਿਵਨਾਮ ਰਾਜੇ ਨੇ ਢਿੰਡੋਰਾ ਪਿੱਟ ਦਿੱਤਾ ਨਗਰ ਵਿੱਚ ਕਿ ਜਾ ਕੇ ਸਾਰੇ ਨਗਰ ਵਿੱਚ ਢਿੰਡੋਰਾ ਪਿੱਟ ਦਿਓ ਕਿ ਕੱਲ ਤੋਂ ਕੋਈ ਵੀ ਆਪਣੇ ਘਰ ਵਿੱਚ ਪ੍ਰਸ਼ਾਦਾ ਤਿਆਰ ਨਾ ਕਰੇ, ਚੁੱਲ੍ਹੇ ਵਿੱਚ ਅੱਗ ਨਾ ਬਾਲੇ। ਹੁਣ ਸਾਨੂੰ ਤਾਂ ਕੋਈ ਮਾੜੀ ਜੀ ਗੱਲ ਹੋਏ ਨਾ, ਅਸੀਂ ਗੁਰੂ ਨੂੰ ਪਰਾਂ ਕਰ ਦਿੰਦੇ, ਕੋਈ ਨਹੀਂ ਅੱਜ ਕਰ ਲੈਂਦੇ ਆ, ਕੱਲ ਤੋਂ ਫਿਰ ਦੇਖਾਂਗੇ। ਪਰ ਜਿਹੜੇ ਗੁਰੂ ਪਿਆਰਿਓ ਗੁਰੂ ਨਾਲ ਸੱਚਾ ਪਿਆਰ ਕਰਦੇ ਆ, ਉਹ ਫਿਰ ਜੀਵਨ ਵਿੱਚ ਉਹ ਕੰਮ ਨਹੀਂ ਕਰਦੇ ਜਿਹੜੇ ਗੁਰੂ ਨੂੰ ਭਾਉਂਦੇ ਨਾ ਹੋਣ। ਸ਼ਿਵਨਾਮ ਰਾਜਾ ਗੁਰੂ ਪਿਆਰਿਓ ਇਹ ਹੁਕਮ ਕਰ ਦਿੰਦਾ, ਕਹਿੰਦੇ ਸਾਰਾ ਦਿਨ ਉਸ ਨਗਰ ਵਿੱਚ ਸ੍ਰੀਲੰਕਾ ਵਿੱਚ ਕਿਸੇ ਦੇ ਘਰ ਅੱਗ ਨਹੀਂ ਜਲਦੀ। ਪਰ ਜਿਹੜਾ ਭਾਈ ਮਨਸੁਖ ਹੈ ਨਾ, ਇਹ ਕੜਾ ਪ੍ਰਸ਼ਾਦ ਵੀ ਤਿਆਰ ਕਰਾਉਂਦਾ ਹੈ, ਇਹ ਸੰਗਤ ਵਾਸਤੇ ਲੰਗਰ ਵੀ ਤਿਆਰ ਕਰਾਉਂਦਾ ਹੈ। ਕਹਿੰਦੇ ਇਹ ਸ਼ਿਕਾਇਤ ਰਾਜੇ ਕੋਲ ਲੱਗ ਗਈ। ਇਹ ਕਿੱਡਾ ਕੁ ਰਤਨ ਜਵਾਹਰ ਮਾਨਕ, ਇਹ ਕਿੱਡੀਆਂ ਕੁ ਬਖਸ਼ਿਸ਼ਾਂ ਮਹਾਰਾਜ ਨੇ ਸਾਡੇ ਤੇ ਕੀਤੀਆਂ। ਕਹਿੰਦੇ ਰਾਜੇ ਨੂੰ ਪਤਾ ਲੱਗ ਗਿਆ, ਰਾਜੇ ਨੂੰ ਸ਼ਿਕਾਇਤ ਕਰ ਦਿੱਤੀ ਕਿ ਜੋ ਤੂੰ ਹੁਕਮ ਕੀਤਾ ਸਾਰੀ ਪ੍ਰਜਾ ਨੇ ਤੇਰਾ ਹੁਕਮ ਮੰਨਿਆ, ਪਰ ਇੱਕ ਐਸਾ ਹੈ ਸਿਰਫਿਰਾ ਜਿਹੜਾ ਪੰਜਾਬ ਤੋਂ ਆਇਆ, ਉਹ ਤੇਰਾ ਹੁਕਮ ਨਹੀਂ ਮੰਨਿਆ। ਕਹਿੰਦੇ ਫੜ ਕੇ ਲਿਆਓ।
ਭਾਈ ਮਨਸੁਖ ਨੂੰ ਫੜ ਕੇ ਸ਼ਿਵਨਾਵ ਰਾਜੇ ਦੇ ਕੋਲ ਪੇਸ਼ ਕਰ ਦਿੱਤਾ। ਮੈਂ ਤਾਂ ਬੇਨਤੀ ਕਰਿਆ, ਸਾਨੂੰ ਮਾੜੀ ਜੀ ਕੋਈ ਦੁਨਿਆਵੀ ਗੱਲ ਜਿਵੇਂ ਜੀਵਨ ਵਿੱਚ ਵਿਚਰਦੇ ਆ ਕੋਈ ਕਹਿ ਦਵੇ ਨਾ, ਕੋਈ ਨਹੀਂ ਇਹ ਤੇ ਮਰਿਆਦਾ ਵਿੱਚ ਹੈ, ਪਰ ਕੋਈ ਗੱਲ ਨਹੀਂ ਕਰ ਲੈ, ਫਿਰ ਕਦੇ ਦੁਬਾਰਾ ਤੋਂ ਦੇਖ ਲਈ। ਅਸੀਂ ਭੁੱਲ ਜਾਂਦੇ ਆ ਗੁਰੂ ਨੂੰ, ਅਸੀਂ ਗੁਰੂ ਦੀ ਮਰਿਆਦਾ ਨੂੰ ਉਲਟ ਕਰ ਦਿੰਦੇ ਆ। ਸ਼ਿਵਨਾਵ ਰਾਜੇ ਦੇ ਕੋਲ ਜਦੋਂ ਭਾਈ ਮਨਸੁਖ ਗਏ, ਕਹਿੰਦੇ ਮਨਸੁਖ ਜੀ ਤੁਸੀਂ ਮਰਿਆਦਾ ਉਲਟ ਕੀਤੀ ਹੈ, ਜੋ ਮੈਂ ਹੁਕਮ ਕੀਤਾ ਉਹਦੀ ਪਾਲਣਾ ਨਹੀਂ ਕੀਤੀ। ਵੀ ਮੈਂ ਕਿਹਾ ਸੀ ਅੱਜ ਗ੍ਰਹਿਣ ਪਵੇਗਾ ਤੇ ਤੁਸੀਂ ਚੁੱਲ੍ਹਾ ਨਹੀਂ ਬਾਲਣਾ, ਤੁਸੀਂ ਕੜਾ ਪ੍ਰਸ਼ਾਦ ਨਹੀਂ ਤਿਆਰ ਕੀਤਾ, ਤੁਸੀਂ ਲੰਗਰ ਵੀ ਬਣਾਇਆ। ਭਾਈ ਮਨਸੁਖ ਦੇ ਜੋ ਬਚਨ ਸੀ ਗੁਰੂ ਪਿਆਰਿਓ, ਭਾਈ ਮਨਸੁਖ ਕਹਿੰਦਾ ਜੇ ਤੇਰੀ ਮੰਨਾ ਤੇ ਇਸ ਲੋਕ ਵਿੱਚ ਸੁੱਖ ਮਿਲਦਾ, ਭਾਵ ਮੈਨੂੰ ਅੱਜ ਕਸ਼ਟ ਨਾ ਸਹਿਣਾ ਪੈਂਦਾ, ਪਰ ਜੇ ਆਪਣੇ ਗੁਰੂ ਦੀ ਗੱਲ ਮੰਨਣਾ ਤੇ ਗੁਰੂ ਐਸਾ ਹੈ ਮੇਰਾ, ਉਹ ਜੰਮਣਾ ਤੇ ਮਰਨਾ ਹੀ ਮੇਟ ਦਿੰਦਾ, ਉਹ ਦੋਨੇ ਲੋਕਾਂ ਵਿੱਚ ਸਹਾਈ ਹੋ ਜਾਂਦਾ। ਭਾਈ ਮਨਸੁਖ ਕਹਿੰਦਾ ਕਿ ਤੈਨੂੰ ਸਜ਼ਾ ਮਿਲੇਗੀ, ਕਹਿੰਦਾ ਕੋਈ ਗੱਲ ਨਹੀਂ, ਪ੍ਰਵਾਨ ਹੈ, ਪਰ ਗੁਰੂ ਤੋਂ ਉਲਟ ਨਹੀਂ ਜਾਣਾ। ਗੁਰੂ ਦਾ ਹੁਕਮ ਸੀ ਕਿ ਕਿਸੇ ਦੀ ਗੱਲ ਨਹੀਂ ਮੰਨਣੀ, ਕੇਵਲ ਗੁਰੂ ਜੋ ਕਹਿੰਦਾ ਉਹਦੀ ਗੱਲ ਮੰਨਣੀ। ਅਸੀਂ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਛੱਡ ਕੇ ਦੇ ਧਾਰੀਆਂ ਤੇ ਜਾਂ ਹੋਰ ਥਾਵਾਂ ਤੇ ਜਾ ਕਰਕੇ ਉਹਨਾਂ ਦੀ ਗੱਲ ਮੰਨ ਲੈਂਦੇ। ਕਹਿੰਦੇ ਨੇ ਭਾਈ ਮਨਸੁਖ ਨੂੰ ਸਜ਼ਾ ਮਿਲੀ ਕਿ ਕਾਲੀ ਕੋਠਰੀ ਵਿੱਚ ਇਹਨੂੰ ਬੰਦ ਕਰ ਦਿਓ। ਇਹ ਬਾਣੀ ਦੀ ਤਾਕਤ ਹੈ ਗੁਰੂ ਪਿਆਰਿਓ। ਭਾਈ ਮਨਸੁਖ ਨੂੰ ਕਾਲੀ ਕੋਠਰੀ ਵਿੱਚ ਬੰਦ ਕਰ ਦਿੱਤਾ, ਪਰ ਜਿਹੜਾ ਗੁਰੂ ਕੀ ਬਾਣੀ ਨਾਲ ਪਿਆਰ ਕਰਨ ਵਾਲਾ ਉਹ ਬਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ। ਕਹਿੰਦੇ ਭਾਈ ਮਨਸੁਖ ਬੰਦ ਤੇ ਕਰ ਦਿੱਤਾ, ਪਰ ਭਾਈ ਮਨਸੁਖ ਫਿਰ ਗਾਉਂਦਾ ਜਪਜੀ ਸਾਹਿਬ ਦੀ ਬਾਣੀ, ਤੀਰਥ ਨਾਵਾਂ ਜੇ ਤਿਸ ਬਾਵਾਂ ਵਿਣ ਪਾਣੈ ਕੇ ਨਾਏ ਕਰੀ। ਭਾਈ ਮਨਸੁਖ ਜਪਜੀ ਸਾਹਿਬ ਦਾ ਪਾਠ ਉੱਚੀ ਉੱਚੀ ਕਰਦਾ ਰਾਤ ਦਾ ਸਮਾਂ। ਉਧਰ ਰਾਜਾ ਆਪਣੇ ਮਹਿਲਾਂ ਵਿੱਚ ਸੌਣ ਲੱਗਾ, ਇਹਨੂੰ ਤਖਤ ਤੇ ਨੀਂਦ ਨਾ ਆਈ, ਇਹਨੂੰ ਮਖਮਲੀ ਸੇਜਾਂ ਤੇ ਨੀਂਦ ਨਾ ਆਏ, ਇਹਨੂੰ ਆਵਾਜ਼ ਪੈ ਗਈ। ਕਹਿੰਦੇ ਕੌਣ ਗਾ ਰਿਹਾ, ਕਿਹੜਾ ਗੀਤ ਗਾ ਰਿਹਾ? ਅਹਿਲਕਾਰ ਕਹਿੰਦੇ ਜਿਹੜਾ ਸਰਫਿਰਾ ਪੰਜਾਬ ਤੋਂ ਆਇਆ ਨਾ, ਜਿਨੇ ਤੁਹਾਡਾ ਹੁਕਮ ਨਹੀਂ ਮੰਨਿਆ ਉਹ ਗਾ ਰਿਹਾ। ਕਹਿੰਦੇ ਫੜ ਕੇ ਲਿਆਓ। ਫੜ ਕੇ ਲਿਆਂਦਾ ਗੁਰੂ ਪਿਆਰਿਓ। ਪੁੱਛਿਆ ਕਿਹਦੇ ਗੀਤ ਗਾ ਰਿਹਾ? ਭਾਈ ਮਨਸੁਖ ਕਹਿੰਦਾ ਰਾਜਨ ਇਹ ਗੀਤ ਨਹੀਂ, ਲੋਕ ਜਾਣੈ ਇਹੋ ਗੀਤ ਹੈ, ਇਹੋ ਤੋਂ ਬ੍ਰਹਮ ਵਿਚਾਰ। ਕਹਿੰਦੇ ਰਾਜਨ ਇਹ ਗੀਤ ਨਹੀਂ। ਕਹਿੰਦੇ ਹੋਰ ਕੀ ਹੈ? ਕਹਿੰਦੇ ਇਹ ਮੇਰੇ ਗੁਰੂ ਨਾਨਕ ਦੀ ਬਾਣੀ ਹੈ। ਜਦੋਂ ਇਹ ਬਚਨ ਸੁਣੇ ਨਾ, ਰਾਜਾ ਥੋੜਾ ਜਿਹਾ ਠੰਡਾ ਹੋਇਆ ਤੇ ਕਹਿੰਦਾ ਜਿਹੜੀ ਬਾਣੀ ਤੂੰ ਪੜਦਾ ਸੀ ਨਾ, ਉਹ ਬਾਣੀ ਨੂੰ ਪੜਨ ਲੱਗਿਆ ਮਨ ਵਿੱਚ ਸ਼ਾਂਤੀ ਆਉਂਦੀ ਹੈ। ਹੁਣ ਹਿੰਦੂ ਰਾਜਾ ਏਡਾ ਕੱਟੜ ਰਾਜਾ, ਸਜ਼ਾ ਵੀ ਦੇ ਦਿੱਤੀ, ਪਰ ਅੱਜ ਰਾਤ ਦਾ ਸਮਾਂ ਮਨਸੁਖ ਨੂੰ ਕਹਿੰਦਾ ਮਨਸੁਖ ਜਿਹੜੀ ਬਾਣੀ ਤੂੰ ਪੜਦਾ ਸੀ ਨਾ, ਮਨ ਵਿੱਚ ਸ਼ਾਂਤੀ ਆ ਰਹੀ ਸੀ, ਮਨ ਵਿੱਚ ਸਹਿਜ ਆ ਰਿਹਾ ਸੀ। ਕਹਿੰਦਾ ਬਾਣੀ ਕਿਹਦੀ ਹੈ? ਕਹਿੰਦੇ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ। ਕਿੱਥੇ ਰਹਿੰਦੇ ਨੇ? ਕਹਿੰਦੇ ਪੰਜਾਬ ਰਹਿੰਦੇ। ਕਹਿੰਦੇ ਮਿਲ ਸਕਦਾ? ਕਹਿੰਦੇ ਮਿਲ ਤੇ ਸਕਦਾ, ਪਰ ਮਿਲਣ ਦੀ ਲੋੜ ਨਹੀਂ, ਗੁਰੂ ਨਾਨਕ ਸਾਹਿਬ ਆਪ ਇੱਥੇ ਆਉਣਗੇ। ਆਖੋ ਸਤਨਾਮ। ਭਾਈ ਮਨਸੁਖ ਨੇ ਕਿਹਾ ਰਾਜਨ ਤੂੰ ਜਦੋਂ ਸਤਿਗੁਰੂ ਨੂੰ ਚੇਤੇ ਕਰੇਗਾ ਮਹਾਰਾਜ ਜ਼ਰੂਰ ਆਉਣਗੇ। ਗੁਰੂ ਪਿਆਰਿਓ, ਤੇ ਜਦੋਂ ਇਹ ਬਚਨ ਮਨਸੁਖ ਨੇ ਕੀਤੇ ਕਿ ਤੂੰ ਜਾਣ ਦੀ ਲੋੜ ਨਹੀਂ, ਇੱਥੇ ਸਤਿਗੁਰੂ ਆਉਣਗੇ, ਪਰ ਪਰਖ ਲਈ ਇਹ ਨਾ ਹੋਵੇ ਅੱਜ ਗੁਰੂ ਨਾਨਕ ਬੜੇ ਬਣ ਬੈਠਣਗੇ। ਭਾਈ ਮਨਸੁਖ ਪੰਜਾਬ ਆ ਗਿਆ। ਪੰਜਾਬ ਦੀ ਧਰਤੀ ਤੇ ਖਬਰ ਫੈਲ ਗਈ ਕਿ ਇੱਕ ਸੰਗਲਾ ਦੀਪ ਦਾ ਰਾਜਾ ਸ਼ਿਵਨਾਵ, ਉਹਦੇ ਕੋਲ ਗੁਰੂ ਨਾਨਕ ਜਾਣਗੇ। ਬੜੇ ਸਾਧ ਸੰਗਤ ਜੀ ਅਧੂਰੇ ਗੁਰੂ ਪਹੁੰਚੇ ਨੇ, ਕੋਈ ਰਾਜਸਥਾਨ ਤੋਂ ਪਹੁੰਚਿਆ, ਕੋਈ ਪੰਜਾਬ ਤੋਂ ਪਹੁੰਚਿਆ। ਜਾ ਕਰਕੇ ਬਚਨ ਕੀਤੇ ਮਨਸੁਖ ਦੇ ਬਚਨ ਕਿ ਤੂੰ ਕਿ ਅਸੀਂ ਗੁਰੂ ਨਾਨਕ ਸਾਹਿਬ ਆਉਣਗੇ, ਅਸੀਂ ਆ ਗਏ ਆ। ਪਰ ਗੁਰੂ ਪਿਆਰਿਓ, ਬਲਿਹਾਰ ਜਾਈਏ ਗੁਰੂ ਨਾਨਕ ਸਾਹਿਬ ਤੋਂ, ਮਨਸੁਖ ਨੇ ਕਿਹਾ ਅਸੀਂ ਪਰਖ ਲਈ, ਗੁਰੂ ਨਾਨਕ ਬੜੇ ਆਉਣਗੇ ਇੱਥੇ। ਕਹਿੰਦੇ ਨੇ ਜਦੋਂ ਬਾਗ ਵਿੱਚ ਬੈਠੇ ਨਕਲੀ ਗੁਰੂ ਨਾਨਕ ਬਣ ਕੇ, ਕਹਿੰਦੇ ਮੋਹਰਾਂ ਦਾ ਥਾਲ ਭੇਜ ਦਿੱਤਾ। ਜਿਹੜੇ ਨਕਲੀ ਸੀ ਬੜੇ ਖੁਸ਼ ਹੋਏ ਕਿ ਜਿਹੜੀਆਂ ਮੋਹਰਾਂ ਮਿਲ ਗਈਆਂ, ਬੜਾ ਸਮਾਂ ਚੱਲਣਗਾ। ਫਿਰ ਆਪਣੇ ਘਰ ਚਲੇ ਗਏ। ਹੋਰ ਆਏ, ਉਹਨਾਂ ਨੂੰ ਵੇਸ਼ਵਾਵਾਂ ਭੇਜ ਦਿੱਤੀਆਂ। ਕਾਮ ਵਾਸਨਾ ਵਿੱਚ ਖਚਿਤ ਹੋ ਕਰਕੇ ਵਾਪਸ ਮੁੜ ਗਏ। ਮਨਸੁਖ ਦੇ ਬਚਨਾਂ ਦੇ ਆਧਾਰ ਤੇ ਸ਼ਿਵਨਾਵ ਬੜਾ ਹੈਰਾਨ ਹੁੰਦਾ ਕਿ ਬੜਾ ਲੰਮਾ ਸਮਾਂ ਹੋ ਗਿਆ ਮਹਾਰਾਜ ਆਏ ਨਹੀਂ। ਆਏ ਤੇ ਅਧੂਰੇ ਹੀ ਆਏ। ਇੱਕ ਦਿਨ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨੂੰ ਲੈ ਕਰਕੇ ਭਾਈ ਬਾਲਾ ਜੀ ਨੂੰ ਲੈ ਕੇ ਪਹੁੰਚ ਗਏ। ਬਾਗ ਵਿੱਚ ਬੈਠੇ ਆ ਮਹਾਰਾਜ।
ਗੁਰੂ ਪਿਆਰੇ ਜਦੋਂ ਬਾਗ ਵਿੱਚ ਬੈਠੇ ਪਤਾ ਲੱਗ ਗਿਆ ਸ਼ਿਵ ਨਾਮ ਨੂੰ ਕੋਈ ਗੁਰੂ ਨਾਨਕ ਆਇਆ, ਕਹਿੰਦੇ ਪਰਖਣਾ ਤੇ ਜ਼ਰੂਰੀ ਹੈ। ਕਹਿੰਦੇ ਗੁਰੂ ਪਿਆਰਿਓ ਜਦੋਂ ਪਰਖਣ ਵਾਸਤੇ ਉਹੀ ਗੱਲ ਬਹੁਤ ਵੱਡਾ ਥਾਲ ਹੀ ਪਾਵ ਭਰ ਕਰਕੇ ਹੀਰਿਆਂ ਦਾ ਭੇਜਤਾ। ਜਦੋਂ ਭੇਜਿਆ ਗੁਰੂ ਨਾਨਕ ਸਾਹਿਬ ਤੇ ਬੋਲੇ ਨਹੀਂ, ਭਾਈ ਮਰਦਾਨਾ ਜੀ ਬੋਲ ਪਏ। ਕਹਿੰਦੇ ਅਹਲਕਾਰਾਂ ਨੂੰ ਬਚਨ ਕੀਤਾ, ਜਿਸ ਥਾਲ ਦੀ ਤੁਸੀਂ ਮੋਹਰਾ ਲੈ ਕੇ ਆਏ ਹੋ, ਕਹਿੰਦੇ ਮੇਰਾ ਗੁਰੂ ਨਾਨਕ ਦੇ ਘਰ ਤੇ ਭੰਡਾਰੇ ਭਰੇ ਹੋਏ ਨੇ। ਬਾਣੀ ਦਾ ਸ਼ਬਦ ਉਚਾਰਿਆ ਕਿ ਮੇਰੇ ਗੁਰੂ ਨਾਨਕ ਦੀ ਬਾਣੀ ਹੈ, ਧਰਤੀ ਤਾਂ ਹੀਰੇ ਲਾਲ ਜਲਤੀ ਪਲੰਗ ਲਾਲ ਜੜਾਓ। ਕਹਿੰਦੇ ਮੈਨੂੰ ਤੇ ਗੁਰੂ ਨਾਨਕ ਨੇ ਸੋਨੇ ਵਰਗਾ ਬਣਾ ਦਿੱਤਾ, ਸਾਨੂੰ ਇਹ ਸੋਨੇ ਦੀ ਲੋੜ ਨਹੀਂ। ਵਾਪਸ ਆ ਗਿਆ ਸੋਨਾ। ਥੋੜਾ ਜਿਹਾ ਮਨ ਵਿੱਚ ਆਇਆ ਕਿ ਹੋ ਸਕਦਾ ਇਹ ਗੁਰੂ ਨਾਨਕ ਹੋਏ, ਪਰ ਮਨ ਸੁਖ ਦੇ ਬਚਨ ਸੀ ਚੰਗੀ ਤਰ੍ਹਾਂ ਪਰਖ ਲਈ। ਕਹਿੰਦੇ ਫਿਰ ਵੇਸਵਾਵਾਂ ਭੇਜ ਦਿੱਤੀਆਂ, ਬਹੁਤ ਸੋਹਣਾ ਸ਼ਿੰਗਾਰ ਕਰਵਾਇਆ ਵੇਸਵਾਵਾਂ ਨੂੰ, ਕੁੜੀਆਂ ਨੂੰ ਬਹੁਤ ਸੋਹਣਾ ਸ਼ਿੰਗਾਰ ਕਰਕੇ ਬਾਗ ਵਿੱਚ ਭੇਜ ਦਿੱਤਾ। ਪਹਿਲੇ ਆਏ ਸੀ ਵਾਸਨਾਵਾਂ ਭੋਗ ਕੇ ਚਲੇ ਗਏ, ਪਰ ਜਦੋਂ ਗੁਰੂ ਪਿਆਰਿਓ ਇਹ ਗਈਆਂ ਨੇ ਨਾ, ਜਦੋਂ ਇਹ ਉੱਥੇ ਗਈਆਂ ਸਤਿਗੁਰ ਦੇ ਸਨਮੁਖ ਤੇ ਮਹਾਰਾਜ ਦੇ ਮੁਖੋਂ ਫਿਰ ਬਚਨ ਨਿਕਲ ਗਏ, ਗਾਛੋ ਪੁੱਤਰੀ। ਇਹ ਬਚਨ ਨਿਕਲੇ ਸਤਿਗੁਰੂ ਦੇ ਮੁਖ ਤੋਂ, ਮੈਂ ਬੇਨਤੀ ਕਰਾਂ। ਮਹਾਰਾਜ ਕਹਿੰਦੇ ਪੁੱਤਰੀਓ ਧੀਓ, ਤੁਸੀਂ ਰਾਜਿਆਂ ਦੇ ਅੱਗੇ ਨੱਚਦੀ ਹੋ, ਰਾਜਿਆਂ ਦੇ ਅੱਗੇ ਕੁਝ ਕਰਦੀ ਹੋ, ਚੰਗਾ ਨਹੀਂ। ਤੁਸੀਂ ਨਿਰੰਕਾਰ ਦਾ ਨਾਮ ਧਿਆਉਣਾ ਕਰੋ। ਹੁਣ ਜਦੋਂ ਬਚਨ ਇਹ ਵੇਸਵਾਵਾਂ ਨੇ ਧੀਆਂ ਨੇ ਸੁਣੇ, ਉਹਨਾਂ ਦੇ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਕਹਿੰਦੇ ਆਉਂਦੇ ਸੀ ਬੜੇ, ਗੁਰੂ ਨਾਨਕ ਆਪਣੇ ਆਪ ਨੂੰ ਕਹਿ ਕਰਕੇ ਬੜੇ ਆਏ ਇੱਥੇ, ਪਰ ਸਭਨਿਆਂ ਨੇ ਕਾਮ ਵਾਸਨਾ ਭੋਗੀ ਚਲੇ ਗਏ। ਅੱਜ ਪਹਿਲਾ ਆਇਆ ਬਾਗ ਵਿੱਚ ਜਿਹੜਾ ਸਾਨੂੰ ਧੀਆਂ ਕਹਿ ਕੇ ਪੁਕਾਰ ਰਿਹਾ, ਆਪਣੀਆਂ ਬੱਚੀਆਂ ਕਹਿ ਕੇ ਪੁਕਾਰ ਰਿਹਾ। ਗੁਰੂ ਪਿਆਰਿਓ ਤਵਾਰੀਖ ਵਿੱਚ ਆਉਂਦਾ ਹੈ, ਕਹਿੰਦੇ ਜਦੋਂ ਇਹ ਬਚਨ ਕੀਤੇ ਮਹਾਰਾਜ ਕਹਿੰਦੇ ਤੁਸੀਂ ਮੇਰੀ ਧੀਆਂ ਹੋ, ਤੁਸੀਂ ਮੇਰੀ ਬੱਚੀਆਂ ਹੋ, ਜਾਓ ਇਹ ਕੰਮ ਛੱਡ ਦਿਓ, ਨਿਰੰਕਾਰ ਨੂੰ ਧਿਆਓ, ਇਹ ਜਨਮ ਸਫਲਾ ਹੋ ਜਾਏਗਾ। ਇਹ ਜਦੋਂ ਹੁਣ ਵੇਸਵਾਵਾਂ ਨੇ ਇਹ ਬਚਨ ਸੁਣੇ, ਉਹਨਾਂ ਦਾ ਹਿਰਦਾ ਠੰਡਾ ਠਾਰ ਹੋ ਗਿਆ, ਸਾਰੇ ਭਰਮ ਭੁਲੇਖੇ ਦੂਰ ਹੋ ਗਏ। ਕਹਿੰਦੇ ਰੁਕਿਆ ਨਾ ਗਿਆ ਉਹਨਾਂ ਕੋਲ। ਤਵਾਰੀਖ ਵਿੱਚ ਆਉਂਦਾ ਉਸੇ ਸਮੇਂ ਗੁਰੂ ਪਿਆਰੇ ਵੇਸਵਾਵਾਂ ਦੌੜ ਕੇ ਰਾਜੇ ਦੇ ਮਹਿਲ ਵਿੱਚ ਗਈਆਂ ਨੇ, ਰਾਜਿਆ ਅੱਜ ਗੁਰੂ ਨਾਨਕ ਹੀ ਆ ਗਿਆ, ਆਖੋ ਸਤਨਾਮ। ਉਹ ਵੇਸਵਾਵਾਂ ਨੇ ਜਾ ਕੇ ਕਿਹਾ, ਰਾਜਨ ਹੁਣ ਪਰਖ ਨਾ ਲਵੀਂ, ਕਿਉਂਕਿ ਪਰਖ ਕਰਦਾ ਸੀ ਰਾਜਾ। ਵੇਸਵਾਵਾਂ ਨੇ ਕਿਹਾ ਰਾਜਾ ਪਰਖ ਬੜੀ ਲੈ ਲਈ, ਪਰ ਹੁਣ ਗੁਰੂ ਨਾਨਕ ਦੀ ਪਰਖ ਨਾ ਲਈ। ਅੱਜ ਤੱਕ ਕਿਸੇ ਨੇ ਸਾਨੂੰ ਬੱਚੀਆਂ ਨਹੀਂ ਕਿਹਾ, ਧੀਆਂ ਨਹੀਂ ਕਿਹਾ, ਅੱਜ ਉਸ ਗੁਰੂ ਨਾਨਕ ਨੇ ਸਾਨੂੰ ਧੀਆਂ ਕਹਿ ਕੇ ਨਿਵਾਜਿਆ। ਜਾ ਅੱਜ ਗੁਰੂ ਨਾਨਕ ਤੇਰੇ ਬਾਗ ਵਿੱਚ ਬੈਠਾ ਹੈ, ਆਖੋ ਸਤਨਾਮ। ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਆਇਆ, ਦਰਸ਼ਨ ਕੀਤੇ, ਬਾਗੋ ਬਾਗ ਹੋ ਗਿਆ। ਮਹਾਰਾਜ ਨੇ ਉਪਦੇਸ਼ ਕੀਤਾ, ਸਿਵ ਨਾਮ ਰਾਜੇ ਨੂੰ ਨਾਮ ਜਪ ਕਿਰਤ ਕਰ ਤੇ ਹੋ ਮੈਨੂੰ ਤਿਆਗਣਾ ਕਰ। ਉਹੀ ਬਚਨ ਮੰਨੇ ਗੁਰੂ ਪਿਆਰਿਓ। ਸਤਿਗੁਰੂ ਕਹਿੰਦੇ ਇਹ ਮਨ ਰਾਜਾ ਹੀ ਹੈ, ਇਹ ਸਾਡਾ ਸਾਰਿਆਂ ਦਾ ਮਨ ਪਿਆਰਿਓ ਰਾਜਾ ਹੈ, ਪਰ ਅਸੀਂ ਰਾਜਿਆਂ ਵਾਂਗ ਜਿਉਂਦੇ ਨਹੀਂ, ਅਸੀਂ ਤੇ ਭਿਖਾਰੀਆਂ ਵਾਂਗ ਜੀਵਨ ਬਤੀਤ ਕਰਦੇ ਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਵਾਰ-ਵਾਰ ਜ਼ਿਕਰ ਕਰਦੇ ਆ, ਕਈ ਭਾਈ ਮਨੁੱਖਾ ਦੇਹੀ ਤੇ ਇਹ ਬਹੁਤ ਵੱਡਾ ਸਤਿਗੁਰ ਨੇ ਕਿਰਪਾ ਕੀਤੀ ਕਿ ਸਾਨੂੰ ਸਾਰਿਆਂ ਨੂੰ ਇਹ ਦਾਤ ਮਹਾਰਾਜ ਨੇ ਬਖਸ਼ਣਾ ਕੀਤੀ। ਹਜੂਰ ਕਹਿੰਦੇ ਜੇ ਕਿਸੇ ਮਨੁੱਖ ਦੀ ਬਹੁਤ ਲੰਮੀ ਉਮਰ ਹੋ ਜਾਏ, ਆਓ ਸੰਖੇਪ ਰੂਪੀ ਵਿਚਾਰ ਕਰੀਏ। ਸਤਿਗੁਰ ਕਹਿੰਦੇ ਭਾਈ ਜੇ ਜੁਗ ਚਾਰੇ ਆਰਜਾ, ਪੜੋ ਸਾਰੇ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਕੋਈ ਮਨੁੱਖ ਬਹੁਤ ਲੰਮੀ ਉਮਰ ਮੰਗ ਲੇ, ਗੁਰੂ ਪਿਆਰਿਓ ਬਹੁਤ ਲੰਮੀ ਉਮਰ ਸਤਿਗੁਰ ਦੇ ਕੋਲ ਮੰਗ ਲੈ, ਪਰ ਸਤਿਗੁਰ ਕਹਿੰਦੇ ਉਮਰ ਵੀ ਸਤਿਗੁਰ ਦੇ ਦੇਣ। ਗੁਰੂ ਪਿਆਰਿਓ ਮਹਾਰਾਜ ਦੇ ਘਰ ਸਭ ਕੁਝ ਹੈ, ਅਸੀਂ ਬਾਣੀ ਪੜ੍ਹਦੇ ਹਾਂ, ਘਰ ਤਾਂ ਤੇਰਾ ਸਭ ਕੁਝ ਹੈ, ਜਿਸ ਦੇਹ ਸੋ ਪਾਵੇ। ਹੁਣ ਜੋ ਕੋਈ ਸਤਿਗੁਰ ਦੇ ਕੋਲੋਂ ਮੰਗਦਾ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜੇ ਕੋਈ ਭਾਈ ਮਨੁੱਖ ਏਡੀ ਵੱਡੀ ਹਜ਼ਾਰਾਂ ਸਾਲ ਉਮਰ ਲੈ ਲਵੇ, ਬਹੁਤ ਲੰਮੀ ਉਮਰ ਕਰਾ ਲਵੇ, 4 ਯੁੱਗਾਂ ਜਿਤਨੀ ਵੀ ਕੋਈ ਉਮਰ ਕਰਾ ਲੇ, ਪਰ ਕਹਿੰਦੇ ਨੇ ਉਸ ਤੋਂ ਵੀ 10 ਗੁਣੀ 4 ਗੁਣੀ ਜ਼ਿਆਦੇ ਹੋ ਜੇ। ਪਰ ਨਵਾਂ ਖੰਡਾ ਵਿੱਚ ਹੁਣ ਗੱਲ ਬਚਨ ਚੇਤੇ ਰੱਖਿਓ, ਅਸੀਂ ਰੋਜ਼ ਜਪਜੀ ਸਾਹਿਬ ਪੜ੍ਹਦੇ ਆਂ। ਮਹਾਰਾਜ ਬਚਨ ਕਰਦੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਜੇ ਕੋਈ ਮਨੁੱਖ ਦੀ ਉਮਰ 4 ਯੁੱਗਾਂ ਜਿਤਨੀ ਹੋ ਜੇ, ਬਹੁਤ ਲੰਮੀ ਉਮਰ ਹੈ ਨਾ, ਇੱਕ ਯੁੱਗ ਦੀ ਕਈ ਹਜ਼ਾਰਾਂ ਲੱਖਾਂ ਸਾਲ, ਕਹਿੰਦੇ 4 ਯੁੱਗਾਂ ਜਿਤਨੀ ਉਮਰ ਹੋ ਜੇ,
ਫਿਰ ਉਹਨਾਂ 4 ਯੁੱਗਾਂ ਤੋਂ 10 ਗੁਣੀ ਹੋਰ ਵੱਧ ਜੇ, ਇੰਨੀ ਕੁ ਤਾਂ ਉਮਰ ਹੋ ਜੇ ਬੰਦੇ ਦੀ। ਪਹਿਲੀ ਗੱਲ, ਅੱਜ ਤੇ ਉਮਰ ਹੀ ਨਹੀਂ ਸਾਡੀ ਕੁਝ ਰਹਿ ਗਈ, ਅੱਜ ਤੇ 70-80 ਸਾਲ, ਨਵੀਂ ਪੀੜ੍ਹੀ ਤੇ 60 ਸਾਲ ਤੋਂ ਉੱਪਰ ਨਹੀਂ ਲੰਘਦੀ। ਕਹਿੰਦੇ ਨੇ ਏਡੀ ਜ਼ਿਆਦਾ ਉਮਰ ਮਨੁੱਖ ਦੀ ਹੋ ਜੇ। ਦੂਜੀ ਗੱਲ, ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ। ਜਿਉ ਭਾਈ ਨਾਮ ਜਪ ਕੇ ਕਹਿ ਦੋ, ਮਾਇਆ ਕਰਕੇ ਕਹਿ ਦਿਓ, ਸਾਰੇ ਸੰਸਾਰ ਨੂੰ ਆਪਣੇ ਮਗਰ ਲਾ ਲੇ, ਸਾਰੇ ਸੰਸਾਰ ਵਿੱਚ ਉਹਦਾ ਨਾਮ ਹੋ ਜੇ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗਲੇ। ਚੰਗਾ ਨਾਮ ਵੀ ਰਖਾ ਲੇ। ਕਈ ਮਨੁੱਖ ਨਾਮ ਤੇ ਬੜੇ ਚੰਗੇ ਹੁੰਦੇ ਆ ਪਰ ਕਰਮ ਬੜੇ ਮਾੜੇ ਕਰਦੇ ਆ। ਮੈਂ ਅਗਲੇ ਦੀਵਾਨਾਂ ਵਿੱਚ ਬੇਨਤੀ ਕਰਾਂਗਾ, ਨਾ ਸੀ ਸੱਜਣ ਪਰ ਕੰਮ ਕਰਦਾ ਸੀ ਠੱਗਾਂ ਵਾਲੇ। ਮਹਾਰਾਜ ਨੇ ਤਾਰਿਆ। ਮਹਾਰਾਜ ਕਹਿੰਦੇ ਕੋਈ ਨਾਮ ਵੀ ਚੰਗਾ ਰਖਾ ਲੇ, ਆਪਣੀ ਵਡਿਆਈ ਵੀ ਕਰਾ ਲੇ, ਸੰਸਾਰ ਵਿੱਚ ਉਹਦੀ ਸੋਭਾ ਵੀ ਹੋ ਜੇ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਸਾਰਾ ਕੁਝ ਹੁੰਦੇ ਆ, ਉਮਰ ਵੀ ਲੰਬੀ ਕਰਾ ਲਈ ਤੇ ਸਾਰੇ ਸੰਸਾਰ ਨੂੰ ਮਗਰ ਵੀ ਲਾ ਲਿਆ, ਨਾਮ ਵੀ ਚੰਗਾ ਰਖਵਾ ਲਿਆ। ਸਤਿਗੁਰ ਕਹਿੰਦੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕੇ। ਜੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਵਿੱਚ ਨਹੀਂ ਆਇਆ ਨਾ ਗੁਰੂ ਪਿਆਰਿਓ, ਤੇ ਉਸ ਬੰਦੇ ਦੀ ਖਬਰ ਕੋਈ ਨਹੀਂ ਪੁੱਛਦਾ। ਉਸ ਪਰਵਤਗਾਰ ਦੀ ਦਰਗਾਹ ਵਿੱਚ ਉਹਦਾ ਕੋਈ ਪਿਆਰਿਓ ਕੋਈ ਹੁਕਮ ਨਹੀਂ ਚੱਲਦਾ, ਕੋਈ ਹੀਲਾ ਵਸੀਲਾ ਨਹੀਂ ਚੱਲਦਾ। ਮਹਾਰਾਜ ਕਹਿੰਦੇ ਫਿਰ ਉਹਨੂੰ ਸਜ਼ਾ ਕੀ ਮਿਲਦੀ ਹੈ? ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਉਹਨੂੰ ਸਾਰੇ ਦੋਸ਼ ਉਹਦੇ ਤੇ ਥਾਪੇ ਜਾਂਦੇ ਆ। ਫਿਰ ਤੇ ਸਤਿਗੁਰੂ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ ਕਿ ਅਕਾਲ ਪੁਰਖ ਗੁਣਹੀਨ ਮਨੁੱਖ ਨੂੰ ਗੁਣ ਪੈਦਾ ਕਰ ਦਿੰਦਾ, ਪਰ ਤੇ ਗੁਣੀ ਮਨੁੱਖਾਂ ਨੂੰ ਵੀ ਭਾਈ ਉਹ ਗੁਣ ਬਖਸ਼ਿਸ਼ ਕਰ ਦਿੰਦਾ। ਭਾਵ ਜਿਹੜਾ ਗੁਣਾਂ ਤੋਂ ਹੀਨ ਹੈ, ਜਿਹਦੇ ਕੋਲ ਕੋਈ ਗੁਣ ਨਹੀਂ, ਅਗਰ ਉਹ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾਏ ਤੇ ਪ੍ਰਮਾਤਮਾ ਨੂੰ ਗੁਣਾਂ ਦਾ ਖਜ਼ਾਨਾ ਬਖਸ਼ਿਸ਼ ਕਰ ਦਿੰਦਾ। ਅਖੀਰਲੇ ਬਚਨ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ। ਇਹੋ ਜਿਹਾ ਹੋਰ ਕੋਈ ਨਹੀਂ ਦਿਸਦਾ ਜੋ ਨਿਰਗੁਣ ਜੀਵ ਨੂੰ ਕੋਈ ਗੁਣ ਦੇ ਦੇ। ਅੱਜ ਦਾ ਸੰਸਾਰ ਤੁਸੀਂ ਦੇਖਦੇ ਹੋ ਨਾ, ਗਰੀਬ ਨੂੰ ਜਿੱਥੇ ਦੇਖੋ ਗਰੀਬ ਮਾਰ ਹੁੰਦੀ ਹੈ, ਜਿੱਥੇ ਕੋਈ ਅਮੀਰ ਹੈ ਵੱਡਾ ਹੈ ਉਹਦੀ ਲੋਕ ਵਡਿਆਈ ਕਰਦੇ ਆ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਪਰਮਾਤਮਾ ਡਿੱਗੇ ਪਏ ਨੂੰ ਸਹਾਰਾ ਦੇ ਦਿੰਦਾ। ਪਰਮਾਤਮਾ ਵਾਹਿਗੁਰੂ ਐਸਾ ਹੈ ਜਦੋਂ ਉਹ ਤਰਸ ਦੀ ਰਹਿਮਤ ਕਰਦਾ ਤੇ ਜਿਹਦੇ ਕੋਲ ਕੋਈ ਗੁਣ ਨੂੰ ਉਹਨੂੰ ਗੁਣਾਂ ਦਾ ਖਜ਼ਾਨਾ ਬਖਸ਼ਿਸ਼ ਕਰ ਦਿੰਦਾ। ਉਹ ਆਪਣੀ ਮਿਹਰ ਦੀ ਨਜ਼ਰ ਦੇ ਨਾਲ ਉਹਨੂੰ ਉੱਚਾ ਕਰ ਦਿੰਦਾ। ਉਹਦੀ ਜਗਤ ਵਿੱਚ ਸੋਭਾ ਵੀ ਹੋ ਜਾਂਦੀ ਹੈ, ਉਹਦੀ ਉਮਰ ਵੀ ਲੰਬੀ ਹੋ ਜਾਂਦੀ ਹੈ, ਸਾਰੀਆਂ ਬਖਸ਼ਿਸ਼ਾਂ ਕਰ ਦਿੰਦਾ। ਪਰ ਕਦੋਂ? ਜਦੋਂ ਮਨੁੱਖ ਪਰਮਾਤਮਾ ਦੇ ਹੁਕਮ ਵਿੱਚ ਚੱਲਦਾ ਹੈ, ਪਰਮਾਤਮਾ ਦੀ ਨਜ਼ਰ ਵਿੱਚ ਆ ਜਾਂਦਾ। ਭਾਵ ਉਹਦੇ ਹੁਕਮ ਨੂੰ ਮੰਨ ਕਰਕੇ ਪਰਮਾਤਮਾ ਦੇ ਘਰੋਂ ਨਾਮ ਖਜ਼ਾਨਾ ਬਖਸ਼ਿਸ਼ ਕਰਵਾ ਲੈਂਦਾ। ਗੁਰੂ ਪਿਆਰਿਓ, ਇਹ ਪਾਵਨ ਪੌੜੀ ਦੀ ਸੰਖੇਪ ਰੂਪ ਵਿਚਾਰ ਸਰਵਣ ਕੀਤੀ ਹੈ। ਕੱਲ ਨੂੰ ਜਿਹੜੀ ਪੌੜੀ ਹੈ ਸਤਿਗੁਰੂ ਸੁਣਨ ਦਾ ਮਹਾਤਮ ਬਖਸ਼ਿਸ਼ ਕਰਦੇ ਆ। ਆ ਤੁਸੀਂ ਰੋਜ਼ਾਨਾ ਬੜੇ ਪਿਆਰ ਨਾਲ ਪਹੁੰਚਦੇ ਹੋ, ਸਤਿਗੁਰੂ ਦੀ ਪਾਵਨ ਬਾਣੀ ਨੂੰ ਸੁਣਦੇ ਹੋ, ਪਰ ਸਾਨੂੰ ਪਤਾ ਹੋਣਾ ਚਾਹੀਦਾ ਸੁਣਨ ਦਾ ਮਹੱਤਵ ਕੀ ਹੈ, ਸੁਣਨ ਦੇ ਨਾਲ ਕਿਹੜੀ ਅਵਸਥਾ ਪ੍ਰਾਪਤ ਹੁੰਦੀ ਹੈ, ਸੁਣਨ ਦੇ ਨਾਲ ਕਿਹੜੇ ਦੁੱਖਾਂ ਦਾ ਨਾਸ ਹੁੰਦਾ ਹੈ। ਜੇ ਕੋਈ ਸੁਚੇਤ ਹੋ ਕਰਕੇ ਸੁਣ ਲਏ, ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਪਰਮੇਸ਼ਰ ਦੀ ਜਿਹੜੀ ਸਿਫਤ ਸਲਾਹ ਹੈ ਗੁਰੂ ਪਿਆਰਿਓ, ਉਹ ਦੁੱਖਾਂ ਦਾ ਨਾਸ ਕਰ ਦਿੰਦੀ ਹੈ। ਸੋ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ। ਆਪ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਤੇ ਆਪ ਸਮੂਹ ਸੰਗਤਾਂ ਬਖਸ਼ਣ ਯੋਗ ਨੇ। ਬਖਸ਼ ਲੈਣਾ ਸਤਿਗੁਰੂ ਆਉਣ ਵਾਲੇ ਦੀਵਾਨਾਂ ਵਿੱਚ ਵੱਧ ਚੜ ਕੇ ਵਿਚਾਰ ਕਰਨ ਦੀ ਦਾਤ ਬਖਸ਼ਿਸ਼ ਕਰਨ।